पंजाब पुलिस सब इंस्पैक्टर ਅਤੇ पंजाब पुलिस कांस्टेबल ਦੀ ਪ੍ਰੈਪਰੇਸ਼ਨ ਕਰ ਰਹੇ ਸਟੂਡੈਂਟਸ ਲਈ ਹੁਣ ਲਾਸਟ ਦੇ ਟਾਈਮ 'ਚ ਆਪਣੀ ਪ੍ਰੈਪਰੇਸ਼ਨ ਨੂੰ ਫਾਈਨਲ ਸ਼ੇਪ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਡਾ ਇੱਕ ਸਪੈਸ਼ਲ 26 ਬੈਚ ਸਟਾਰਟ ਹੋਇਆ ਹੈ, ਜਿਸ ਬੈਚ ਦੇ ਵਿੱਚ ਤੁਹਾਨੂੰ 14 ਫੁੱਲ ਲੈਂਥ ਮੌਕ ਟੈਸਟ ਪ੍ਰੋਵਾਈਡ ਕੀਤੇ ਜਾਣਗੇ, 4 ਪੰਜਾਬੀ ਦੇ ਕੁਆਲੀਫਾਈਂਗ ਪੇਪਰ ਦੇ ਮੌਕ ਟੈਸਟ ਪ੍ਰੋਵਾਈਡ ਕੀਤੇ ਜਾਣਗੇ, ਡੇਲੀ ਪ੍ਰੈਕਟਿਸ ਦੇ ਥਰੂ 2600 ਮੋਸਟ ਇੰਪੋਰਟੈਂਟ MCQs ਕਵਰ ਕੀਤੇ ਜਾਣਗੇ ਤੇ ਹਰ ਬੁੱਧਵਾਰ ਹਰ ਸ਼ਨੀਵਾਰ ਤੇ ਇੱਕ ਹੋਰ ਦਿਨ ਵੀਕ ਦੇ ਵਿੱਚ ਤੁਹਾਡੇ ਰੈਗੂਲਰ ਡਾਊਟ ਸੈਸ਼ਨਸ ਹੋਣਗੇ, ਜਿੱਥੇ ਤੁਸੀਂ ਆਪਣੀ ਸਾਰੀ ਪ੍ਰੋਬਲਮਸ ਦਾ ਸੋਲੂਸ਼ਨ ਪਾ ਸਕਦੇ ਹੋ। ਇਹਨੂੰ ਜੁਆਇਨ ਕਰਨ ਲਈ ਅੱਜ ਹੀ ਸਕਰੀਨ ਤੇ ਦਿੱਤੇ ਹੋਏ ਨੰਬਰ ਨੂੰ ਕੰਟੈਕਟ ਕਰੋ ਜਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਹਾਂਜੀ, ਕਿਵੇਂ ਹੋਇਆ ਪੇਪਰ ਤੁਹਾਡਾ ETI ਦਾ? ਦੇਖੋ, ਤੁਹਾਨੂੰ ਯਾਦ ਹੋਣਾ ਮੈਂ ਜਦ 4-day ਸਟ੍ਰੈਟਜੀ ਬਣਾਈ ਸੀਗੀ ਨਾ, ਪੇਪਰ ਤੋਂ 4 ਦਿਨ ਪਹਿਲਾਂ, ਮਹਿਜ਼ 4 ਦਿਨ ਪਹਿਲਾਂ ਮੈਂ ਤੁਹਾਨੂੰ ਇੱਕ 4-day ਸਟ੍ਰੈਟਜੀ ਦਿੱਤੀ ਸੀ, ਰਾਈਟ? ਤੇ ਉਸ ਦੇ ਵਿੱਚ ਮੈਂ ਤੁਹਾਨੂੰ ਕੁਝ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ, ਹਨਾ? ਉਸ 4-day ਸਟ੍ਰੈਟਜੀ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ, ਸਭ ਤੋਂ ਪਹਿਲੀ ਗੱਲ ਮੈਂ ਕਹੀ ਸੀ ਕਿ ਦੇਖੋ, ਸਿਲੇਬਸ ਭਾਵੇਂ ਸਿਮਿਲਰ ਹੋਵੇ ETI ਤੇ ਆਪਣੇ ਪਟਵਾਰੀ ਦਾ, ਐਗਜ਼ਾਮੀਨੇਸ਼ਨ ਪੈਟਰਨ ਭਾਵੇਂ ਸਿਮਿਲਰ ਹੋਵੇ, ਪਰ ਤੁਸੀਂ ਪੰਜਾਬ ਪਟਵਾਰੀ ਦੇ ਐਗਜ਼ਾਮੀਨੇਸ਼ਨ ਨੂੰ ਮਾਪਦੰਡ ਮੰਨ ਕੇ ETI ਦਾ ਪੇਪਰ ਨਹੀਂ ਦੇਣਾ। ਜਿੰਨਾ ਸੌਖਾ ਪੰਜਾਬ ਪਟਵਾਰੀ ਦਾ ਪੇਪਰ ਸੀਗਾ, ਉਨਾ ਸੌਖਾ ETI ਦਾ ਪੇਪਰ ਨਹੀਂ ਆਣਾ। ਇਹ ਮੈਂ ਕਹੀ ਸੀ ਤੁਹਾਨੂੰ ਗੱਲ, ਤੇ ਤੁਸੀਂ ਪੇਪਰ ਦੇ ਚੁੱਕੇ ਹੋ ਤਾਂ ਤੁਹਾਨੂੰ ਪਤਾ ਹੈ ਪੇਪਰ ਸੌਖਾ ਦਾ ਬਿਲਕੁਲ ਨਹੀਂ ਸੀਗਾ। ਸੌਖਾ ਦਾ ਅਸੀਂ ਨਹੀਂ ਕਹਿ ਸਕਦੇ, ਮੋਡਰੇਟ ਕਹਿ ਸਕਦੇ ਹਾਂ, ਔਖਾ ਕਹਿ ਸਕਦੇ ਹਾਂ। ਤੇ ਉਸ ਵੇਲੇ ਮੈਂ ਤੁਹਾਨੂੰ ਦੱਸਿਆ ਸੀ ਕਿ ਭਾਵੇਂ ਪੰਜਾਬ ਪਟਵਾਰੀ ਦਾ ਪੇਪਰ ਸੌਖਾ ਹੋਵੇ, ਤੁਸੀਂ ਇਹ ਨਹੀਂ ਮੰਨਣਾ ਕਿ ਯਾਰ ਹੁਣ ਸਾਰੇ ਹੀ ਪੇਪਰ ਸੌਖੇ ਹੋਣੇ, ETI ਦਾ ਪੇਪਰ ਵੀ ਸੌਖਾ ਆਣਾ, ਕਿਉਂਕਿ ਸਿਲੇਬਸ ਤਾਂ ਲਗਭਗ ਸਿਮਿਲਰ ਹੈ ਨਾ? ਪੇਪਰ ਮੋਡਰੇਟ ਟੂ ਡਿਫਿਕਲਟ ਸੀਗਾ ETI ਦਾ, ਠੀਕ ਹੈ? ਇਹ ਤੁਸੀਂ ਹੁਣ ਜਾਣਦੇ ਹੀ ਹੋ ਨਾ। ਹੁਣ ਕੱਟ ਆਫ ਦੇ ਬਾਰੇ ਆਪਾਂ ਗੱਲ ਕਰਨੀ ਹੈ, ਹਨਾ? ਕਿ ਕੱਟ ਆਫ ਕਿੰਨੀ ਜਾ ਸਕਦੀ ਹੈ, ਕਿੰਨੀ ਹੋਊਗੀ, ਬਾਕੀਆਂ ਦਾ ਕਿਸ ਹਿਸਾਬ ਨਾਲ ਪੇਪਰ ਹੋਇਆ ਹੈ, ਸਾਡੀ ਜਿਹੜੀ ਕਮਿਊਨੀਕੇਸ਼ਨ ਸੀਗੀ ਆਪਣੇ ਸਟੂਡੈਂਟਸ ਨਾਲ ਜਿਨ੍ਹਾਂ ਨੇ ਪੇਪਰ ਦਿੱਤਾ ਹੈ, ਉਸ ਹਿਸਾਬ ਨਾਲ ਸਾਡਾ ਕੱਟ ਆਫ ਦਾ ਅਨੁਮਾਨ ਕੀ ਹੈ, ਹੈਨਾ? ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗਾ। ਪਹਿਲਾਂ ਇੱਕ ਵਾਰੀ ਮੈਂ ਤੁਹਾਨੂੰ ਨਾ ਕੁਝ ਪੇਪਰ ਬਾਰੇ ਕੁਝ ਗੱਲਾਂ ਮੈਂ ਤੁਹਾਨੂੰ ਦੱਸਣੀ ਹੈ, ਠੀਕ ਹੈ? ਇਹ ਮੇਰੇ ਕੋਲ ਪੇਪਰ ਪਿਆ ਹੈ, ਠੀਕ ਹੈ? ਤੇ ਇਸ ਨੂੰ ਮੈਂ ਪ੍ਰੋਪਰ ਤਰੀਕੇ ਨਾਲ ਕੱਲ ਵੀ ਬਹਿ ਕੇ ਤੇ ਅੱਜ ਵੀ ਸਵੇਰੇ ਮੈਂ ਬਹਿ ਕੇ ਐਨਾਲਾਈਜ਼ ਕੀਤਾ ਹੈ, ਤੇ ਮੈਨੂੰ ਫਿਰ ਉਹੀ 4-day ਸਟ੍ਰੈਟਜੀ ਯਾਦ ਆ ਗਈ। ਮੈਂ ਤੁਹਾਨੂੰ ਦੱਸਿਆ ਸੀ ਕਿ ਦੇਖੋ, ਇਹ ਜਿਹੜੇ ਪੇਪਰ ਹੁੰਦੇ ਆ, ਇਹਨਾਂ ਦੇ ਵਿੱਚ ਤੁਸੀਂ ਹਿਸਟਰੀ ਨੂੰ ਲਾਈਟਲੀ ਨਹੀਂ ਲੈ ਸਕਦੇ। ਹਿਸਟਰੀ ਸੀਗੀ, ਪੁੱਛਿਆ ਸੀ ਹਿਸਟਰੀ ਤੋਂ ਸਵਾਲ, ਬਿਲਕੁਲ ਪੁੱਛੇ ਸੀ। ਤੇ ਹਿਸਟਰੀ ਮੈਂ ਤੁਹਾਨੂੰ ਕਿਹਾ ਸੀ ਕਿ ਲਾਸਟ 4 days ਦੇ ਵਿੱਚ ਤੁਸੀਂ ਹਿਸਟਰੀ ਤੇ ਸਾਇੰਸ ਵੱਲ ਫੋਕਸ ਕਰੋ। ਹਾਂ, ਸਾਇੰਸ ਦੇ ਜ਼ਿਆਦਾ ਸਵਾਲ ਨਹੀਂ ਸੀਗੇ, ਬਟ ਹਿਸਟਰੀ ਤਾਂ ਠੀਕ ਠਾਕ ਪੁੱਛੀ ਸੀ ਹਿਸਟਰੀ, ਹਨਾ? ਤੇ ਮੈਂ ਤੁਹਾਨੂੰ ਪੰਜਾਬ GK ਬਾਰੇ ਵੀ ਕਿਹਾ ਸੀ ਉਸ ਵੇਲੇ। ਤੁਸੀਂ ਮੰਨ ਲੈਂਦੇ ਜੇ ਮੇਰੀ ਗੱਲ ਤਾਂ ਥੋੜਾ ਵਧੀਆ ਹੋਣਾ ਸੀ। 30-40% ਤੁਹਾਡੀ ਜਿਹੜੀ ਅਟੈਂਪਟ ਸੀਗਾ, 30-40% ਤੁਹਾਡੀ ਪਰਫਾਰਮੈਂਸ ਬੈਟਰ ਹੋਣੀ ਸੀ। ਖੈਰ ਕੋਈ ਗੱਲ ਨਹੀਂ, ਆਪਾਂ ਗੱਲ ਕਰਦੇ ਹਾਂ ਪੰਜਾਬ GK ਬਾਰੇ। ਜੇ ਮੈਂ ਗੱਲ ਕਰਾਂ, ਮੈਂ ਤੁਹਾਨੂੰ ਉਸ ਵੇਲੇ ਵੀ ਦੱਸਿਆ ਸੀ ਕਿ ਪੰਜਾਬ GK ਤੇ ਤੁਸੀਂ ਖਾਸ ਫੋਕਸ ਰੱਖਣਾ ਹੈ, ਤੇ ਪੰਜਾਬ GK ਦੀ ਵੀ ਹਿਸਟਰੀ ਵੱਲ ਜ਼ਿਆਦਾ ਫੋਕਸ ਰੱਖਣਾ ਹੈ ਨਾ? ਤੁਸੀਂ ਦੇਖਿਆ ਹੋਣਾ ਪੇਪਰ ਦੇ ਵਿੱਚ ਪੰਜਾਬ GK ਦੇ ਵੀ ਹਿਸਟਰੀ ਵਾਲੇ ਪੋਰਸ਼ਨ ਜ਼ਿਆਦਾ ਸੀਗਾ, ਹਿਸਟਰੀ ਸੀਗਾ, ਥੋੜਾ ਜੀਓਗ੍ਰਾਫਿਕਲ ਡਿਵੀਜ਼ਨ ਦੇ ਬਾਰੇ ਪੁੱਛਿਆ ਸੀਗਾ, ਪਰ ਹਿਸਟਰੀ ਵਾਵਾ ਮਤਲਬ ਸਵਾਲ ਸੀਗੇ। ਹਿਸਟਰੀ ਨਾਰਮਲ ਵੀ ਤੇ ਆਪਣੇ ਪੰਜਾਬ ਹਿਸਟਰੀ ਵੀ, ਪੰਜਾਬ GK ਦੀ ਹਿਸਟਰੀ ਵੀ ਠੀਕ ਠਾਕ ਸੀਗੀ। ਤੇ ਇਹ ਜਿਹੜੀ ਚੀਜ਼ ਹੈ ਨਾ, ਇਹ ਮੈਂ ਉਸ ਵੇਲੇ ਤਾਂ ਦੱਸੀ ਸੀ ETI ਦੇ 4 ਦਿਨ ਪਹਿਲਾਂ, ਪਰ ਮੈਂ ਨਾ ਇਹ ਤਕਰੀਬਨ ਸਾਰੇ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਐਡਵਾਈਸ ਦਿੰਦਾ ਕਿ ਹਿਸਟਰੀ ਹਮੇਸ਼ਾ ਜ਼ਿਆਦਾ ਪੁੱਛਦੇ ਆ, ਹਮੇਸ਼ਾ ਹਰ ਪੇਪਰ ਦੇ ਵਿੱਚ ਹਿਸਟਰੀ ਠੀਕ ਠਾਕ ਪੁੱਛਦੇ ਆ, ਤੇ ਪੰਜਾਬ GK ਵਾਲੀ ਹਿਸਟਰੀ ਵੀ ਪੁੱਛਦੇ ਆ। ਹਾਂ, ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸੀ ਸੀ, ਉਹ ਵੀ ਮੈਨੂੰ ਯਾਦ ਆ ਗਈ ਪੇਪਰ ਨੂੰ ਐਨਾਲਾਈਜ਼ ਕਰਦੇ ਵੇਲੇ। ਮੈਂ ਤੁਹਾਨੂੰ ਕਿਹਾ ਸੀ ਕਿ ਕੰਪਿਊਟਰ IT ਦੇ ਵਿੱਚ ਤੁਸੀਂ 3 ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੈ, ਤੇ ਤਕਰੀਬਨ ਉਹ ਸਾਰੇ ਸਵਾਲ ਜਿਹੜੇ ਸੀਗੇ 9 ਦੇ 9 ਕੁਐਸਚਨਸ ਉਹ 3 ਚੀਜ਼ਾਂ ਤੋਂ ਆਏ ਆ, 1-2 ਨੂੰ ਛੱਡ ਕੇ। ਮੈਂ ਤੁਹਾਨੂੰ ਕਿਹਾ ਸੀ ਕਿ ਇਹ ਜਿਹੜੇ ਸ਼ਾਰਟਕਟਸ ਹੁੰਦੇ ਆ, ਕੀਬੋਰਡ ਦੇ ਸ਼ਾਰਟਕਟਸ ਜਿਹੜੇ ਹੁੰਦੇ ਆ, ਉਹ ਤੁਸੀਂ ਧਿਆਨ ਰੱਖਣੇ ਆ। ਆਪਰੇਟਿੰਗ ਸਿਸਟਮ ਲਿਨਕਸ, ਲਾਈਨਕਸ, ਵਿੰਡੋਜ਼ ਵਗੈਰਾ ਵਗੈਰਾ, ਉਸ ਦਾ ਧਿਆਨ ਰੱਖਣਾ ਹੈ। ਬੇਸਿਕ ਤੁਹਾਨੂੰ ਜਿਹੜੇ ਕੰਪਿਊਟਰ ਹਾਰਡਵੇਅਰ ਦੀ ਨੌਲੇਜ ਹੋਣੀ ਚਾਹੀਦੀ ਹੈ, ਮੋਨੀਟਰ ਕੀ ਕਰਦਾ, CPU ਕੀ ਕਰਦਾ, ਉਹ ਵੀ ਮੈਂ ਤੁਹਾਨੂੰ ਦੱਸਿਆ ਸੀ, ਹਨਾ? ਤੇ ਬਾਕੀ ਕੁਝ ਕੁਐਸਚਨਸ ਤਾਂ ਸੌਖੇ ਹੀ ਸੀਗੇ। ਇੰਸਟਾਗ੍ਰਾਮ ਬਾਰੇ ਵੀ ਪੁੱਛਿਆ ਸੀ, ਸੋਸ਼ਲ ਮੀਡੀਆ ਪਲੇਟਫਾਰਮ ਬਾਰੇ ਵੀ ਪੁੱਛਿਆ ਸੀ, ਉਹ ਤਾਂ ਤੁਹਾਨੂੰ ਪਤਾ ਹੀ ਹੈ। ਪਰ ਮੈਂ ਤੁਹਾਨੂੰ ਖਾਸ ਦੱਸਿਆ ਸੀ ਕਿ ਕੰਪਿਊਟਰ IT ਚੋਂ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ, ਇਹਨਾਂ ਟੌਪਿਕਸ ਦਾ ਖਾਸ ਖਿਆਲ ਰੱਖਣਾ ਹੈ। ਕੁਐਸਚਨਸ ਆਉਂਦੇ ਹੈ ਤੇ ਕੁਐਸਚਨ ਰਿਪੀਟ ਹੁੰਦੇ ਹੈ, ਠੀਕ ਹੈ? ਸ਼ਾਰਟਕਟਸ, ਆਪਰੇਟਿੰਗ ਸਿਸਟਮ, ਲਾਈਨਕਸ, ਵਿੰਡੋਜ਼ ਵਗੈਰਾ, ਹਾਰਡਵੇਅਰ, ਤੇ ਉਹੀ ਹੋਇਆ। ਤੇ ਇਹ ਤਾਂ ਸੌਖੇ 9 ਨੰਬਰ ਸੀਗੇ ਜਿਹੜੇ ਤੁਸੀਂ ਲੈ ਸਕਦੇ ਸੀ ਜੇ ਤੁਸੀਂ ਬਸ ਇਹੀ 3 ਚੀਜ਼ਾਂ ਕਰ ਜਾਂਦੇ ਕੰਪਿਊਟਰ IT ਚੋਂ।
ਠੀਕ ਹੈ। ਹਿਸਟਰੀ ਵਾਵਾ ਪੁੱਛੀ ਇਹਨਾਂ ਨੇ, ਪੰਜਾਬ ਜੀਕੇ ਦੇ ਵਿੱਚ ਵੀ ਹਿਸਟਰੀ ਪੁੱਛੀ ਸੀ, ਕੰਪਿਊਟਰ ਆਈਟੀ ਦੇ ਵਿੱਚ ਵੀ ਪੁੱਛਿਆ ਸੀ, ਤੇ ਇਕਨੋਮਿਕਸ ਦੇ ਵਿੱਚ ਵੀ ਮੈਂ ਆਪਣੇ ਸਟੂਡੈਂਟਸ ਨੂੰ ਦੱਸਿਆ ਕਿ ਦੇਖੋ ਇਕਨੋਮੀ ਦੇ ਸਵਾਲ ਪੁੱਛਦੇ ਆ, ਤੁਸੀਂ ਬਜਟ ਕਰ ਜਿਓ। ਤਾਂ ਬਜਟ ਦਾ ਵੀ ਇੱਕ ਸਵਾਲ ਆਇਆ ਹੋਇਆ ਸੀ, ਹਾਂ, ਕਿ ਕਨਸਟੀਟਿਊਸ਼ਨ ਦੇ ਵਿੱਚ ਬਜਟ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਹੈ ਨਾ, ਇਹ ਸਵਾਲ ਪੁੱਛੇ ਸੀ। ਤੁਸੀਂ ਉਹ 4-day ਸਟ੍ਰੈਟਜੀ ਪ੍ਰੋਪਰਲੀ ਫੋਲੋ ਕਰ ਜਾਂਦੇ, ਤੁਹਾਡੇ 30 to 40% ਪਰਫਾਰਮੈਂਸ ਬੈਟਰ ਹੋਣੀ ਸੀ। ਹਾਂ, ਇਸ ਐਗਜ਼ਾਮੀਨੇਸ਼ਨ ਦੇ ਵਿੱਚ ਇੱਕ ਚੀਜ਼ ਸੀਗੀ ਜਿਹੜੀ ਸਭ ਨੂੰ ਇੱਕਦਮ ਅਚੰਭਾ ਜਿਹਾ ਹੋਇਆ, ਉਹ ਸੀਗੀ ਪੰਜਾਬੀ। ਤੇ ਇਨਫੈਕਟ ਜਿਹੜਾ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਵੀ ਸੀਗਾ ਨਾ, ਉਹ ਵੀ ਸਾਰਿਆਂ ਨੂੰ ਔਖਾ ਲੱਗਿਆ ਹੈ ਨਾ ਸੀਗਾ। ਤੇ ਮੈਂ ਇਹ ਗੱਲਾਂ ਵੀ ਸੁਣ ਰਿਹਾ ਕਿ ਕੁਝ ਸਟੂਡੈਂਟਸ ਦਾ ਤਾਂ ਇਹ ਕੁਆਲੀਫਾਈਂਗ ਪੇਪਰ ਵੀ ਮਤਲਬ ਟੱਪਣਾ ਨਹੀਂ, ਕੁਆਲੀਫਾਈ ਵੀ ਨਹੀਂ ਕਰਨਾ, ਬਿਕੋਜ਼ ਇੰਨੀ ਔਖੀ ਪੰਜਾਬੀ ਪੁੱਛੀ ਸੀ। ਦੇਖੋ ਜਿਨ੍ਹਾਂ ਦੀ ਤਾਂ ਰੋਜ਼ਮਰਰਾ ਦੀ, ਜਿਨ੍ਹਾਂ ਦੇ ਮਤਲਬ ਪੰਜਾਬੀ, ਜਿਨ੍ਹਾਂ ਨੂੰ ਪਤਾ ਹੈ, ਵਧੀਆ ਤਰੀਕੇ ਨਾਲ ਪੰਜਾਬੀ ਭਾਸ਼ਾ ਦਾ ਬੋਧ ਹੈਗਾ, ਠੀਕ ਹੈ, ਗਿਆਨ ਹੈਗਾ ਪੰਜਾਬੀ ਭਾਸ਼ਾ ਦਾ, ਜਿਨ੍ਹਾਂ ਨੂੰ ਹੈਗਾ, ਉਹਨਾਂ ਨੂੰ ਕੁਆਲੀਫਾਈ ਕਰਨ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਆਣੀ। ਪਰ ਕੁਝ ਨੂੰ ਆ ਗਈ, ਕੁਝ ਦੀ ਜੀਕੇ ਸਟਰੋਂਗ ਸੀਗੀ, ਆਈਟੀ ਸਟਰੋਂਗ ਸੀਗਾ, ਪਰ ਪੰਜਾਬੀ ਏਡੀ ਕੋ ਸਟਰੋਂਗ ਨਹੀਂ ਸੀਗੀ ਕਿ ਯਾਰ ਕੁਆਲੀਫਾਈ ਕਰ ਜਾਣ। ਤਾਂ ਕੁਝ ਇਸ ਦੇ ਵਿੱਚ ਵੀ ਮਤਲਬ ਥੋੜਾ ਸਮੱਸਿਆ ਫੇਸ ਕਰ ਰਹੇ ਹੈ। ਖੈਰ, ਮੈਂ ਉਮੀਦ ਕਰ ਰਿਹਾ ਕਿ ਤੁਹਾਡੀ ਪੰਜਾਬੀ ਇੰਨੀ ਕੁ ਤਾਂ ਸੀਗੀ ਕਿ ਤੁਸੀਂ ਕੁਆਲੀਫਾਈ ਤਾਂ ਕਰ ਰਹੇ ਹੋ ਪੰਜਾਬੀ ਦਾ ਪੇਪਰ, ਠੀਕ ਹੈ। ਹਾਂ, ਇੱਕ ਹੋਰ ਗੱਲ, ਕੁਆਂਟ ਤੇ ਰੀਜ਼ਨਿੰਗ ਦੇ ਵਿੱਚ ਵੀ ਬਹੁਤ ਸਾਰੇ ਸਟੂਡੈਂਟਸ ਕਹਿ ਰਹੇ ਹੈ ਕਿ ਕੁਆਂਟ ਐਂਡ ਰੀਜ਼ਨਿੰਗ ਔਖੀ ਸੀਗੀ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਕੁਆਂਟ ਤੇ ਰੀਜ਼ਨਿੰਗ ਔਖੀ ਸੀਗੀ ਨਹੀਂ। ਕੁਆਂਟ ਤੇ ਰੀਜ਼ਨਿੰਗ ਜੇ ਤੁਹਾਡੀ ਇਨਫ ਪ੍ਰੈਕਟਿਸ ਹੁੰਦੀ ਨਾ, ਤਾਂ ਕੁਆਂਟ ਤੇ ਰੀਜ਼ਨਿੰਗ ਪੋਸੀਬਲ ਸੀਗੀ ਕਰਨੀ, ਹੈ ਨਾ। ਮੈਂ ਤੁਹਾਨੂੰ 4-day ਸਟ੍ਰੈਟਜੀ ਦੇ ਵਿੱਚ ਪ੍ਰੀਵੀਅਸ ਈਅਰ ਕੁਐਸਚਨਸ ਪ੍ਰੈਕਟਿਸ ਕਰਨ ਨੂੰ ਕਿਹਾ ਸੀ। ਪ੍ਰੈਕਟਿਸ ਜੇ ਹੋਵੇ ਨਾ ਠੀਕ ਠਾਕ, ਤਾਂ ਇਹ ਜਿਹੜਾ ਇਸ ਪੇਪਰ ਦੇ ਕੁਆਂਟ ਤੇ ਰੀਜ਼ਨਿੰਗ ਦਾ ਜਿਹੜਾ ਲੈਵਲ ਸੀਗਾ, ਉਹ ਵੀ ਈਜ਼ੀ ਸੀਗਾ। ਈਜ਼ੀ ਤਾਂ ਨਹੀਂ ਮੈਂ ਕਹਾਂਗਾ, ਪਰ ਮੋਡਰੇਟ ਜ਼ਰੂਰ ਸੀਗਾ, ਠੀਕ ਹੈ। ਕੁਆਂਟ ਤੇ ਰੀਜ਼ਨਿੰਗ ਔਖੀ ਬਿਲਕੁਲ ਨਹੀਂ ਸੀਗੀ ਜਿਨ੍ਹਾਂ ਦੀ ਪ੍ਰੈਕਟਿਸ ਠੀਕ ਠਾਕ ਸੀਗੀ। ਹਾਂ, ਜਿਨ੍ਹਾਂ ਦੀ ਪ੍ਰੈਕਟਿਸ ਦਾ ਲੈਵਲ ਹੀ ਘੱਟ ਸੀਗਾ, ਉਹ ਤਾਂ ਠੀਕ ਹੈ, ਉਹ ਤਾਂ ਫੇਸ ਕਰ ਰਹੇ ਹੋਣੇ ਪ੍ਰੋਬਲਮਸ, ਕਿਉਂਕਿ ਸਪੀਡ ਦੀ ਵੀ ਪ੍ਰੋਬਲਮ ਹੁੰਦੀ ਹੈ ਇਹਨਾਂ ਪੇਪਰਾਂ ਦੇ ਵਿੱਚ, ਠੀਕ ਹੈ। ਤਾਂ ਤੁਸੀਂ ਦੇਖੋ 4-day ਸਟ੍ਰੈਟਜੀ ਦੇ ਵਿੱਚ ਜੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ, ਉਹ ਚੀਜ਼ਾਂ ਹੋਈਆਂ, ਤਕਰੀਬਨ 80 to 90% ਚੀਜ਼ਾਂ ਹੋਈਆਂ। ਇਸੇ ਕਰਕੇ ਮੈਂ ਸਾਰੇ ਸਟੂਡੈਂਟਸ ਨੂੰ ਆਪਣੇ ਕਹਿੰਦਾ ਕਿ ਯਾਰ ਸਾਨੂੰ ਵੀ ਪੜ੍ਹਾਉਣ ਦਾ ਐਕਸਪੀਰੀਅੰਸ ਹੋ ਚੁੱਕਿਆ, ਸਾਡੇ ਐਕਸਪੀਰੀਅੰਸ ਚੋਂ ਕੁਝ ਸਿੱਖ ਲਓ, ਸਾਡੇ ਐਕਸਪੀਰੀਅੰਸ ਦੀਆਂ ਗੱਲਾਂ ਮੰਨ ਲਿਆ ਕਰੋ। ਇਹ ਨਾ ਸੋਚਿਆ ਕਰੋ ਕਿ ਯਾਰ ਇਹਨੂੰ ਕੀ ਪਤਾ, ਜਾਂ ਇਹ ਤਾਂ ਚਲੋ ਨਹੀਂ ਸੋਚਦੇ ਹੋਣੇ ਤੁਸੀਂ, ਪਰ ਫਿਰ ਵੀ ਤੁਸੀਂ 100% ਕਨਵਿਕਸ਼ਨ ਨਾਲ ਉਹ ਗੱਲ ਨਹੀਂ ਕਰਦੇ। ਮੈਂ ਉਸ ਵੇਲੇ ਵੀ ਕਿਹਾ ਸੀ ਕਿ ਜੇ ਤੁਸੀਂ ਇਹ ਸਟ੍ਰੈਟਜੀ ਰਿਲੀਜੀਅਸਲੀ ਫੋਲੋ ਕਰੋਗੇ ਤਾਂ ਤੁਹਾਡੀ ਪਰਫਾਰਮੈਂਸ ਕਲੋਜ਼ ਟੂ 50% ਵੱਧ ਸਕਦੀ ਹੈ, ਜੇ ਤੁਸੀਂ ਰਿਲੀਜੀਅਸਲੀ ਫੋਲੋ ਕਰੋ। ਕਦੇ-ਕਦੇ 100% ਕਨਵਿਕਸ਼ਨ ਨਹੀਂ ਹੁੰਦੀ ਨਾ ਕਿ ਯਾਰ ਸਰ ਥੋੜੀ ਪੇਪਰ ਸੈੱਟ ਕਰ ਰਹੇ ਆ, ਸਰ ਨੂੰ ਕੀ ਪਤਾ, ਹੋ ਜਾਂਦਾ ਹੈ। ਪਰ ਸਾਡਾ ਐਕਸਪੀਰੀਅੰਸ ਤਾਂ ਹੈਗਾ, ਐਕਸਪੀਰੀਅੰਸ ਜਿਹੜਾ ਤਜਰਬਾ ਹੁੰਦਾ ਹੈ ਉਹ ਇੰਪੋਰਟੈਂਟ ਹੁੰਦਾ ਹੈ। ਤਾਂ ਤਜਰਬੇ ਤੋਂ ਹੀ ਅਸੀਂ ਇਹ ਗੱਲਾਂ ਕਰਦੇ ਹਾਂ। ਸਾਡਾ ਕੋਈ ਜਾਣ ਪਛਾਣ ਦਾ ਬੰਦਾ ਨਹੀਂ ਹੈ PSSB ਦੇ ਵਿੱਚ, ਪਰ ਤਜਰਬੇ ਨਾਲ ਅਸੀਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ, ਤੇ ਉਹ ਤਜਰਬਾ ਸਾਡਾ ਠੀਕ ਸੀਗਾ, ਔਨ ਪੁਆਇੰਟ ਸੀਗਾ। ਖੈਰ, ਅੱਗੇ ਤੋਂ ਵੀ ਅੱਜ ਇਹ ਪੇਪਰ ਤਾਂ ਜਿਹੜਾ ਹੋ ਗਿਆ ਠੀਕ ਹੈ, ਕੋਈ ਗੱਲ ਨਹੀਂ, ਮੁੱਕ ਗਿਆ ਪੇਪਰ। ਆਉਣ ਵਾਲੇ ਪੇਪਰਾਂ ਦੇ ਵਿੱਚ ਧਿਆਨ ਦਿਓ ਤੁਸੀਂ ਬਸ। ਪਰ ਆਉਣ ਵਾਲੇ ਪੇਪਰਾਂ ਦੇ ਵਿੱਚ ਵੀ ਜਿਹੜੀ ਸਟ੍ਰੈਟਜੀ ਅਸੀਂ ਤੁਹਾਨੂੰ ਦੱਸਦੇ ਹਾਂ, ਤੁਸੀਂ ਪਲੀਜ਼ ਉਸ ਨੂੰ 100% ਕਨਵਿਕਸ਼ਨ ਨਾਲ ਫੋਲੋ ਕਰਿਆ ਕਰੋ, ਬਿਕੋਜ਼ ਉਹ ਕੰਮ ਹੁੰਦੀ ਹੈ, ਠੀਕ ਹੈ। ਚਲੋ, ਹੁਣ ਪਹਿਲਾਂ ਮੈਂ ਨਾ ਤੁਹਾਨੂੰ ਥੋੜੀ ਜਿਹੀਆਂ ਮਤਲਬ ਇੱਕ ਵਾਰੀ ਉਹ ਦਿਖਾ ਦਿੰਦਾ ਕਿ ਜਿਹੜਾ ਆਪਣਾ ਪੇਪਰ ਸੀਗਾ, ਕੁਆਲੀਫਾਈਂਗ ਵਾਲਾ ਨਹੀਂ, ਜਿਹੜਾ 100 ਕੁਐਸਚਨਸ ਦਾ ਪੇਪਰ ਸੀਗਾ, ਉਸ ਦੇ ਵਿੱਚ ਜਿਹੜੇ ਡਿਫਰੈਂਟ ਟੌਪਿਕਸ ਸੀਗੇ, ਉਹਨਾਂ ਦੇ ਵਿੱਚ ਕੁਐਸਚਨਸ ਦੀ ਵੰਡ ਕਿਸ ਤਰ੍ਹਾਂ ਹੋਈ ਹੈ, ਕਿਹੜੇ ਟੌਪਿਕਸ ਤੋਂ ਜ਼ਿਆਦਾ ਸਵਾਲ ਪੁੱਛੇ, ਕਿਹੜੇ ਤੋਂ ਘੱਟ ਪੁੱਛੇ, ਹੈ ਨਾ। ਤੁਸੀਂ ਆਹ ਦੇਖਿਓ, ਤੇ ਇਸੇ ਤੋਂ ਸੰਬੰਧਿਤ ਹੀ ਸਾਡੀ ਕੱਟ ਆਫ, ਐਕਸਪੈਕਟਡ ਕੱਟ ਆਫ ਵੀ ਰਹੂਗੀ, ਉਹ ਵੀ ਮੈਂ ਦੱਸਦਾ ਆਨਾ ਤੁਹਾਡੇ ਕੋਲ। ਦੇਖੋ, ਤੁਸੀਂ ਦੇਖ ਰਹੇ ਹੋ ਪੰਜਾਬ ਜੀਕੇ ਠੀਕ ਠਾਕ ਪੋਰਸ਼ਨ ਸੀਗਾ, ਉਹ ਪਹਿਲਾਂ ਹੀ ਦੱਸਿਆ ਹੋਇਆ ਉਹਨਾਂ ਨੇ। ਇਸ ਦੇ ਵਿੱਚ ਵੀ ਹਿਸਟਰੀ ਦਾ ਬੋਲਬਾਲਾ ਸੀਗਾ, ਹੈ ਨਾ। ਤੇ ਜਿਹੜਾ ਆਪਣੀ ਨਾਰਮਲ ਜੀਕੇ ਸੀਗੀ, ਉਸ ਦੇ ਵਿੱਚ ਵੀ ਡੋਮੀਨੈਂਟ ਪੋਰਸ਼ਨ ਹਿਸਟਰੀ ਹੈਗਾ। ਸਾਇੰਸ ਦਾ ਇੱਕ ਸਵਾਲ ਸੀਗਾ, ਪੋਲਿਟੀ এনवायरमेंट 4 ਸਵਾਲ ਸੀਗੇ, ਠੀਕ ਹੈ। ਸਾਇੰਸ ਦੇ 4 ਸਵਾਲ ਸੀਗੇ, ਸੌਰੀ। ਇਕਨੋਮੀ ਦੇ 2 ਸਵਾਲ ਸੀਗੇ। ਅਵਾਰਡਸ ਤੇ ਸਿਨੇਮਾ ਠੀਕ ਠਾਕ ਪੁੱਛਦੇ ਆ, ਉਹ ਵੀ ਮੈਂ ਤੁਹਾਨੂੰ ਦੱਸਿਆ ਸੀ 4-day ਸਟ੍ਰੈਟਜੀ ਦੇ ਵਿੱਚ। ਹਿਸਟਰੀ, ਸਾਇੰਸ ਤੇ ਅਵਾਰਡਸ ਐਂਡ ਇਹ ਸਾਰੀ ਚੀਜ਼ਾਂ ਕਰ ਲਓ, ਹੈ ਨਾ। ਤੇ ਬਾਕੀ ਪੰਜਾਬੀ, ਇੰਗਲਿਸ਼, ਉਹ ਤਾਂ ਐਕਸਪੈਕਟਡ ਪੈਟਰਨ ਤੇ ਹੀ ਆਈ ਹੈ। ਪਰ ਤੁਸੀਂ ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਹਿਸਟਰੀ ਧਿਆਨ ਰੱਖਣਾ, ਸਾਇੰਸ ਧਿਆਨ ਰੱਖਣਾ। 2 ਸਾਇੰਸ ਇੰਨੀ ਨਹੀਂ ਆਈ, ਇੱਥੇ ਮੈਂ ਥੋੜਾ ਜਿਹਾ ਗਲਤ ਹੋ ਗਿਆ, ਪਰ ਠੀਕ ਹੈ, ਫਿਰ ਵੀ ਆਈ ਤਾਂ ਹੈ, ਠੀਕ ਹੈ। ਤੇ ਦੂਜੀ ਗੱਲ, ਮੈਂ ਤੁਹਾਨੂੰ ਬਜਟ ਬਾਰੇ ਕਿਹਾ ਸੀ, ਬਜਟ ਦਾ ਇੱਕ ਸਵਾਲ ਹੈ, 2 ਸਵਾਲ ਇਕਨੋਮੀ ਦੇ ਸੀਗੇ, ਬਜਟ ਉਹਨਾਂ ਚੋਂ ਇੱਕ ਹੈ,
ਠੀਕ ਹੈ 2-3 ਸਵਾਲ ਸੀਗੇ ਠੀਕ ਹੈ ਅਵਾਰਡ ਤੇ ਸਿਨੇਮਾ ਤੁਹਾਨੂੰ ਦੱਸਿਆ ਸੀ ਮੈਂ ਤੇ ਇਹਨਾਂ ਕੁਐਸਚਨਸ ਦਾ ਬੋਲਬਾਲਾ ਸੀਗਾ ਬਾਕੀ ਐਕਸਪੈਕਟਡ ਲਾਈਨਸ ਤੇ ਸੀਗਾ ਕੁਆਂਟ ਰੀਜ਼ਨਿੰਗ ਤੁਹਾਡੀ 25% ਉਹ ਸਿਲੇਬਸ ਦੇ ਵਿੱਚ ਹੀ ਐਗਜ਼ਾਮ ਪੈਟਰਨ ਦੇ ਵਿੱਚ ਹੀ ਦੱਸਿਆ ਹੋਇਆ ਇੰਗਲਿਸ਼ ਦੇ 13 ਸਵਾਲ ਸੀਗੇ ਪੰਜਾਬੀ ਦੇ 12 ਸੀਗੇ ਉਹ ਤਾਂ ਐਕਸਪੈਕਟਡ ਪੈਟਰਨ 'ਚ ਸੀਗਾ ਪਰ ਦੇਖਿਓ ਹਿਸਟਰੀ ਹੈਗਾ ਨਾ ਠੀਕ ਠਾਕ ਪੋਰਸ਼ਨ ਚੰਕ ਹੈਗਾ ਤੇ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਵੀ ਤੁਸੀਂ ਹਿਸਟਰੀ ਵੱਲ ਤਾਂ ਖਾਸ ਫੋਕਸ ਕਰਨਾ ਹੈ ਬਹੁਤ ਇੰਪੋਰਟੈਂਟ ਹੈਗੀ ਹੈ ਹਿਸਟਰੀ ਬਿਕੋਜ਼ ਇਹ ਜਿਹੜੇ ਸਟੇਟ ਲੈਵਲ ਦੇ ਐਗਜ਼ਾਮਸ ਹੁੰਦੇ ਆ ਨਾ ਆਪਣੇ PSSB ਹੋ ਗਿਆ PPSC ਦੇ ਐਗਜ਼ਾਮ ਹੋ ਗਏ ਭਾਵੇਂ ਨਾਇਬ ਤਹਿਸੀਲਦਾਰ ਹੋਵੇ ਇਹਨਾਂ ਦੇ ਵਿੱਚ ਨਾ ਹਿਸਟਰੀ ਦਾ ਠੀਕ ਠਾਕ ਡੋਮੀਨੈਂਟ ਚੰਕ ਹੁੰਦਾ ਹੈ ਪਤਾ ਨਹੀਂ ਪੇਪਰ ਸੈੱਟ ਕਰਨ ਵਾਲਿਆਂ ਨੂੰ ਹਿਸਟਰੀ ਜ਼ਿਆਦਾ ਪਸੰਦ ਹੈ God knows ਬਟ ਹਿਸਟਰੀ ਦਾ ਬੋਲਬਾਲਾ ਠੀਕ ਠਾਕ ਹੁੰਦਾ ਇਸ ਕਰਕੇ ਆਪਾਂ ਹਿਸਟਰੀ ਨੂੰ ਲਾਈਟਲੀ ਨਹੀਂ ਲੈਣਾ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਵੀ ਠੀਕ ਹੈ ਤਾਂ ਇਹ ਤਾਂ ਸੀਗੀ ਜੀ ਕੁਐਸਚਨਸ ਦੀ ਵੰਡ ਹੁਣ ਆਪਾਂ ਮੇਨ ਮੁੱਦੇ ਦੀ ਗੱਲ ਕਰਦੇ ਹਾਂ ਕਿ ਐਕਸਪੈਕਟਡ ਕਟ ਆਫ ਕਿੰਨੀ ਕੁ ਜਾਊਗੀ ਦੇਖੋ ਸਾਡਾ ਅਨੁਮਾਨ ਕੀ ਕਹਿੰਦਾ ਹੈ ਆਪਾਂ ਡਿਫਰੈਂਟ ਪੋਲਸ ਵੀ ਕਰਵਾਏ ਸਟੂਡੈਂਟਸ ਨਾਲ ਗੱਲਬਾਤ ਵੀ ਕਰੀ ਹੈ ਤੇ ਫੇਸ ਟੂ ਫੇਸ ਵੀ ਗੱਲ ਕੀਤੀ ਹੈ ਸਾਨੂੰ ਮਿਲਣ ਆਏ ਸੀ ਸਟੂਡੈਂਟਸ ਤੇ ਫੋਨ ਤੇ ਵੀ ਗੱਲ ਹੋਈ ਹੈ ਈਮੇਲ ਤੇ ਵੀ ਗੱਲ ਹੋਈ ਹੈ WhatsApp ਗਰੁੱਪਸ ਤੇ ਵੀ ਗੱਲ ਹੋਈ ਹੈ ਬਹੁਤ ਸਾਰੀਆਂ ਗੱਲਾਂ ਦਾ ਅਸੀਂ ਕੀ ਨਿਚੋੜ ਕੱਢਿਆ ਹੈ ਕਿ ਕੀ ਮਤਲਬ ਤੁਸੀਂ ਮੰਨੋ ਕਿੰਨੀ ਕੁ ਕੱਟ ਆਫ ਜਾ ਸਕਦੀ ਹੈ ਦੇਖੋ ਮੈਂ ਜਨਰਲ ਦੀ ਗੱਲ ਕਰ ਰਿਹਾ ਬਾਕੀ ਤੁਸੀਂ ਜਿਹੜੇ ਰਿਜ਼ਰਵਡ ਕੈਟਾਗਰੀਜ਼ ਹੈ ਉਹਨਾਂ ਦੀ ਉੱਤੇ ਥੱਲੇ ਤੁਸੀਂ ਕਰ ਸਕਦੇ ਹੋ ਜਨਰਲ ਦੀ ਜੇ ਮੈਂ ਗੱਲ ਕਰਾਂ ਦੇਖੋ ਮੈਂ ਮੰਨਦਾ ਕਿ ਪੇਪਰ ਟਫ ਸੀਗਾ ਤੇ ਕੁਝ ਸਮ ਸਟੂਡੈਂਟਸ ਜਿਨ੍ਹਾਂ ਦਾ ਆਪਣਾ ਇਹ ਪੇਪਰ ਤਾਂ ਠੀਕ ਹੋਇਆ ਬਟ ਉਹ ਕੁਆਲੀਫਾਈਂਗ ਪੰਜਾਬੀ ਕੁਆਲੀਫਾਈਂਗ ਦੇ ਵਿੱਚ ਹੋ ਸਕਦਾ ਉਹ ਟੰਗੇ ਹੋਏ ਹੈ ਤਾਂ ਇਸੇ ਕਰਕੇ ਮੈਨੂੰ ਲੱਗਦਾ ਤੇ ਸਾਡੀ ਟੀਮ ਨੂੰ ਵੀ ਲੱਗਦਾ ਹੈ ਕਿ 70 ਦੇ ਨੇੜੇ ਤੇੜੇ ਰਹਿਣੀ ਹੈ ਕਟ ਆਫ ਪੇਪਰ ਟਫ ਸੀਗਾ ਬਹੁਤ ਸਾਰੇ ਸਟੂਡੈਂਟਸ ਕਹਿ ਰਹੇ ਹੈ ਕਿ ਦੇਖੋ 60 ਵੀ ਜਾ ਸਕਦੀ ਹੈ ਕਟ ਆਫ ਮੈਨੂੰ ਲੱਗਦਾ 60 ਜਾ ਰਹੀ ਹੈ ਕਟ ਆਫ 70 ਦੇ ਨੇੜੇ ਤੇੜੇ ਹੁਣ 70 ਦੇ ਨੇੜੇ ਤੇੜੇ ਦਾ ਮੇਰਾ ਮਤਲਬ ਕੀ ਹੈ 70 +-5 ਹਾਂ ਉਹ ਤੁਸੀਂ ਕਹਿ ਸਕਦੇ ਹੋ ਕਿ ਯਾਰ ਇਹ ਤਾਂ ਬਹੁਤ ਜ਼ਿਆਦਾ ਫਰਕ ਹੋ ਗਿਆ 10 ਨੰਬਰਾਂ ਦਾ ਫਰਕ ਹੋ ਗਿਆ ਮੈਂ ਪਰਸਨਲੀ ਮੰਨਦਾ ਕਿ ਯਾਰ 70 +-3 ਲੈ ਕੇ ਚੱਲੋ ਠੀਕ ਹੈ 67 to 73 ਦੇ ਵਿੱਚ ਕਟ ਆਫ ਰਹਿਣੀ ਹੈ ਤੁਹਾਡੀ ਬਟ ਥੋੜਾ ਕੇਅਰਫੁਲ ਹੋ ਕੇ ਮੈਂ ਗੱਲ ਕਰ ਰਿਹਾ ਇਸ ਕਰਕੇ ਮੈਂ 5 ਲਿਖਤਾ ਤਾਂ ਇਸੇ ਕਰਕੇ ਜੇ ਤੁਸੀਂ ਮੇਰੀ ਗੱਲ ਮੰਨੋ ਤਾਂ 67 to 73 ਦੇ ਵਿੱਚ ਕਟ ਆਫ ਰਹਿ ਸਕਦੀ ਹੈ ਪੇਪਰ ਔਖਾ ਸੀਗਾ ਇਸ ਕਰਕੇ ਕਟ ਆਫ 70 ਦੇ ਨੇੜੇ ਤੇੜੇ ਆ ਗਈ ਹੈ 75 ਵੀ ਜਾ ਸਕਦੀ ਹੈ ਇਸੇ ਕਰਕੇ ਮੈਂ +-5 ਲਿਖਿਆ ਬਟ 70 ਦੇ ਨੇੜੇ ਤੇੜੇ ਰਹਿਣੀ ਹੈ ਹਾਂ ਉਹ ਪਟਵਾਰੀ ਵਾਲਾ ਹਿਸਾਬ ਕਿਤਾਬ ਨਹੀਂ ਹੈ ਕਿ 80+ ਹੀ ਰਹਿਣੀ ਹੈ ਕਟ ਆਫ 85 ਵੀ ਜਾ ਸਕਦੀ ਹੈ ਕਿਉਂਕਿ ਪੇਪਰ ਉਹ ਸੌਖਾ ਸੀਗਾ ਇਹ ਪੇਪਰ ਔਖਾ ਸੀਗਾ ਠੀਕ ਹੈ ਬਹੁਤ ਸਾਰੇ ਕੁਝ ਸਟੂਡੈਂਟਸ ਤਾਂ ਕੁਆਲੀਫਿਕੇਸ਼ਨ ਐਗਜ਼ਾਮਸ ਦੇ ਵਿੱਚ ਵੀ ਟੰਗ ਰਹੇ ਤਾਂ ਇਸੇ ਕਰਕੇ 70 ਦੇ ਨੇੜੇ ਤੇੜੇ ਤੁਹਾਡੀ ਕਟ ਆਫ ਰਹਿਣੀ ਹੈ ਠੀਕ ਹੈ ਹੁਣ ਆਫੀਸ਼ੀਅਲ ਆਨਸਰ ਕੀ ਵੀ ਆ ਗਈ ਹੈ ਤੁਸੀਂ ਆਪਣੇ ਮਾਰਕਸ ਵੀ ਟੈਲੀ ਕਰ ਲਏ ਹੋਣੇ ਤਾਂ ਜੇ ਤੁਹਾਡੇ 70 ਦੇ ਨੇੜੇ ਤੇੜੇ ਹੈ ਮੈਂ ਨੇੜੇ ਤੇੜੇ ਦੀ ਗੱਲ ਕਰ ਰਿਹਾ ਜੇ 70+ ਹੈ ਫਿਰ ਤਾਂ ਠੀਕ ਹੈ ਖੁਸ਼ ਹੋ ਕੇ ਬਹਿ ਜਾਓ ਜੇ 70 ਦੇ ਨੇੜੇ ਤੇੜੇ ਵੀ ਹੈ ਠੀਕ ਹੈ ਤਾਂ ਵੀ ਤੁਸੀਂ ਹੋਪਫੁਲ ਹੋ ਸਕਦੇ ਹੋ ਉਮੀਦਵਾਨ ਹੋ ਸਕਦੇ ਹੋ ਠੀਕ ਹੈ ਉਮੀਦ ਨਹੀਂ ਛੱਡਣੀ ਆਪਾਂ ਬਟ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਹੈ ਦੇਖੋ ETI ਦਾ ਪੇਪਰ ਹੋ ਗਿਆ ਆਫੀਸ਼ੀਅਲ ਆਨਸਰ ਕੀ ਵੀ ਆ ਗਈ ਹੋ ਗਿਆ ਕੰਮ ਮੁੱਕ ਗਿਆ ਕੰਮ ਛੱਡ ਦਿਓ ਪੇਪਰ ਨੂੰ ਸਿੱਟ ਦਿਓ ਠੀਕ ਹੈ ਹਾਂ ਕਿਤੇ ਸੰਭਾਲ ਕੇ ਰੱਖ ਲਿਓ ਪਰ ਛੱਡ ਦਿਓ ਹੁਣ ਪੇਪਰ ਨੂੰ ਹੋ ਗਿਆ ਹੁਣ ਆਉਣ ਵਾਲੇ ਐਗਜ਼ਾਮਸ ਤੇ ਫੋਕਸ ਕਰੋ ਇਹ ਮੈਂ ਹਰ ਵੀਡੀਓ ਦੇ ਵਿੱਚ ਕਹਿੰਦਾ ਕਿ ਯਾਰ ਜੋ ਚੀਜ਼ ਚਲੀ ਗਈ ਉਹ ਤਾਂ ਚਲੀ ਗਈ ਤੁਸੀਂ ਪਾਸਟ ਨੂੰ ਨਹੀਂ ਤਬਦੀਲ ਕਰ ਸਕਦੇ ਹੈ ਨਾ ਆਉਣ ਵਾਲੇ ਫਿਊਚਰ ਨੂੰ ਤੁਸੀਂ ਤਬਦੀਲ ਕਰ ਸਕਦੇ ਹੋ ਆਪਣੇ ਪ੍ਰੈਜ਼ੈਂਟ ਨੂੰ ਚੇਂਜ ਕਰਕੇ ਹੈ ਨਾ ਤਾਂ ਇਸੇ ਕਰਕੇ ਫਿਊਚਰ ਦੇ ਵਿੱਚ ਜਿਹੜੇ ਐਗਜ਼ਾਮਸ ਆ ਰਹੇ ਆ ਜੇ ਤਾਂ ਤੁਸੀਂ ਸਿਰਫ ETI ਦਾ ਐਗਜ਼ਾਮ ਭਰਿਆ ਸੀ ਠੀਕ ਹੈ ਫਿਰ ਵੀ ਤੁਸੀਂ ਛੱਡ ਦਿਓ ਰਿਜ਼ਲਟ ਦੀ ਵੇਟ ਕਰਿਓ ਜੇ ਤੁਸੀਂ ਬਾਕੀ ਗਵਰਨਮੈਂਟ ਜੌਬਸ ਦੇ ਵੀ ਐਗਜ਼ਾਮ ਭਰੇ ਹੈ ਨਾਇਬ ਤਹਿਸੀਲਦਾਰ ਭਰਿਆ ਹੈ SI ਕਾਂਸਟੇਬਲ ਭਰਿਆ ਹੈ VDO ਦਾ ਪੇਪਰ ਭਰਿਆ ਹੈ ਵਿਲੇਜ ਡਿਵੈਲਪਮੈਂਟ ਆਫਿਸਰ ਜਿਹੜੇ ਬਾਕੀ ਐਗਜ਼ਾਮਸ ਤੁਸੀਂ ਭਰੇ ਹੈ ਤੁਸੀਂ ਉਹਨਾਂ ਵੱਲ ਫੋਕਸ ਕਰੋ ਬਸ ਫਿਊਚਰ ਹੀ ਸਾਡੇ ਕਾਬੂ ਦੇ ਵਿੱਚ ਹੈ ਪ੍ਰੈਜ਼ੈਂਟ ਹੀ ਸਾਡੇ ਕਾਬੂ ਦੇ ਵਿੱਚ ਹੈ ਪਾਸ ਤਾਂ ਜਿਹੜਾ ਨਿਕਲ ਗਿਆ ETI ਹੁਣ ਪਾਸ ਦੀ ਗੱਲ ਹੈ ਅਤੀਤ ਦੀ ਗੱਲ ਹੈ ਠੀਕ ਹੈ ਹੋ ਚੁੱਕਿਆ ਹਾਂ ਤੁਸੀਂ ਇੱਕ ਵਾਰੀ ਆਨਸਰ ਕੀ ਵੇਖ ਕੇ ਜਿਨ੍ਹਾਂ ਨੇ ਦੇਖੀ ਨਹੀਂ ਆਨਸਰ ਕੀ ਉਹ ਇੱਕ ਵਾਰੀ ਆਨਸਰ ਕੀ ਵੇਖ ਕੇ ਆਪਣੇ ਮਾਰਕਸ ਜੇ ਟੈਲੀ ਟੂਲੀ ਕਰਕੇ ਆਪਣੇ ਨੰਬਰ ਬਣਾ ਲਓ ਛੱਡ ਦਿਓ ਫਿਰ ਠੀਕ ਹੈ ਹਾਂ ਬਸ ਕੁਝ ਪੁਆਇੰਟਸ ਹੁੰਦੇ ਆ ਜਿਹੜੇ ਸਿੱਖਣ ਵਾਲੇ ਹੁੰਦੇ ਆ ਕਿ ਯਾਰ ਮੇਰੀ ਹਿਸਟਰੀ ਵੀਕ ਰਹਿ ਗਈ ਸੀ ਮੈਨੂੰ ਉੱਥੇ ਫੋਕਸ ਕਰਨਾ ਹੈ ਮੇਰਾ ਕੁਆਂਟ ਰੀਜ਼ਨਿੰਗ ਦੀ ਪ੍ਰੈਕਟਿਸ ਘੱਟ ਸੀਗੀ ਮੈਨੂੰ ਉੱਥੇ ਫੋਕਸ ਕਰਨਾ ਹੈ ਇਹ ਸਿੱਖਣ ਵਾਲੇ ਜਿਹੜੇ ਸਿੱਟੇ ਹੈਗੇ ਆ ਉਹ ਤੁਸੀਂ ਬਸ ਯਾਦ ਰੱਖਿਓ ਠੀਕ ਹੈ ਸਿੱਖਣ ਵਾਲੀ ਗੱਲਾਂ ਯਾਦ ਰੱਖਣੀਆਂ ਪੇਪਰ ਨੂੰ ਛੱਡਣਾ ਆਉਣ ਵਾਲੇ ਪੇਪਰਾਂ ਦੀ ਤਿਆਰੀ ਕਰਨੀ ਹੈ ਠੀਕ ਹੈ ਆਉਣ ਵਾਲੇ ਪੇਪਰ ਕਿਹੜੇ ਨੇ ETI ਦਾ ਮੁੱਕ ਗਿਆ
ਹੁਣ ਦੇਖੋ ਨੈਬ ਤਹਿਸੀਲਦਾਰ ਦਾ ਪੇਪਰ ਬਹੁਤਾਂ ਨੇ ਭਰਿਆ ਹੋਇਆ ਹੈ, 18 ਜੂਨ ਨੂੰ ਹੈਗਾ, ਉਸ ਤੇ ਫੋਕਸ ਕਰਿਓ। ਸਾਡੀ ਇੱਕ MCQ ਤੇ ਟੈਸਟ ਸੀਰੀਜ਼ ਚੱਲ ਰਹੀ ਹੈ, ਉਸ ਨੂੰ ਰੈਗੂਲਰਲੀ ਦੇਖਿਓ, ਠੀਕ ਹੈ। ਤੇ ਸਬ ਇੰਸਪੈਕਟਰ ਦਾ ਪੇਪਰ ਮੋਸਟ ਪ੍ਰੋਬਬਲੀ 16 ਜਾਂ 23 ਜੁਲਾਈ ਨੂੰ ਹੋ ਸਕਦਾ ਹੈ, ਤਾਂ ਉਸ ਤੇ ਫੋਕਸ ਕਰਿਓ। ਕਾਂਸਟੇਬਲ ਦਾ ਪੇਪਰ ਜਿਨ੍ਹਾਂ ਨੇ ਕਾਂਸਟੇਬਲ ਦਾ ਵੀ ਭਰਿਆ ਹੋਇਆ ਹੈ, ਉੱਥੇ ਫੋਕਸ ਕਰਿਓ। ਤਾਂ ਇੱਕ ਪੇਪਰ ਜਿਹੜਾ ਬਹੁਤ ਇੰਪੋਰਟੈਂਟ ਹੈ, ਜਿਸ ਦਾ ਸਿਲੇਬਸ ਵੀ ਮਿਲਦਾ ਜੁਲਦਾ ਹੈ ਪਟਵਾਰੀ ਨਾਲ, ਐਕਸੈਪਟ ਕੰਪਿਊਟਰ IT ਨਹੀਂ ਹੈ ਇਸ ਦੇ ਵਿੱਚ, ਬਾਕੀ ਆਲਮੋਸਟ ETI ਪਟਵਾਰੀ ਨਾਲ ਮਿਲਦਾ ਜੁਲਦਾ ਸਿਲੇਬਸ ਹੈਗਾ, ਐਗਜ਼ਾਮੀਨੇਸ਼ਨ ਪੈਟਰਨ ਹੈਗਾ, ਉਹ ਹੈਗਾ ਵੀਡੀਓ ਦਾ, ਠੀਕ ਹੈ। ਤੇ ਇਸ ਦੀ ਐਗਜ਼ਾਮੀਨੇਸ਼ਨ ਡੇਟ ਅਨਾਉਂਸ ਨਹੀਂ ਹੋਈ, ਹਾਂ ਜਨਵਰੀ ਦੇ ਵਿੱਚ ਅਨਾਉਂਸ ਹੋਈ ਸੀ, ਫਿਰ ਪੋਸਟਪੋਨ ਕਰਤਾ ਇਹਨਾਂ ਨੇ, ਅਨਾਉਂਸ ਨਹੀਂ ਹੋਈ। ਪਰ ਸਾਨੂੰ ਲੱਗਦਾ ਹੈ ਤੇ ਸਾਡੇ ਕੰਟੈਕਟ ਜਿਹੜੇ ਹੈਗੇ ਆ PSSB ਦੇ ਡਿਫਰੈਂਟ ਆਰਗੇਨਾਈਜੇਸ਼ਨਸ ਦੇ ਵਿੱਚ, ਉਹ ਸਾਨੂੰ ਕਹਿ ਰਹੇ ਹੈ ਕਿ ਛੇਤੀ ਅਨਾਉਂਸ ਹੋ ਜਾਣਾ ਇਸ ਦੀ ਐਗਜ਼ਾਮੀਨੇਸ਼ਨ ਡੇਟ। ਨੈਕਸਟ 2 ਮੰਥਸ ਦੇ ਵਿੱਚ ਇਹ ਪੇਪਰ ਕੰਡਕਟ ਹੋ ਜਾਣਾ, ਠੀਕ ਹੈ। ਇਸੇ ਕਰਕੇ ਛੱਡੋ ETI ਨੂੰ, ਛੱਡੋ ਪਟਵਾਰੀ ਨੂੰ, ਰਿਜ਼ਲਟ ਦੀ ਵੇਟ ਕਰਿਓ। ਜੇ ਤਾਂ ਤੁਸੀਂ SI ਕਾਂਸਟੇਬਲ ਜਾਂ ਨਾਇਬ ਤਹਿਸੀਲਦਾਰ ਕਰ ਰਹੇ ਹੋ, ਉੱਥੇ ਫੋਕਸ ਕਰਿਓ। ਤੇ ਜੇ ਤੁਸੀਂ ਵੀਡੀਓ ਦਾ ਪੇਪਰ ਵੀ ਭਰਿਆ ਹੋਇਆ ਤਾਂ ਉਸ ਤੇ ਫੋਕਸ ਕਰਿਓ, ਕਿਉਂਕਿ ਇਸ ਦਾ ਸਿਲੇਬਸ ਲਗਭਗ ਹੀ ਸਿਮਿਲਰ ਹੈ, ਐਕਸੈਪਟ ਕੰਪਿਊਟਰ IT। ਤਾਂ ਕੰਪਿਊਟਰ IT ਛੱਡ ਕੇ ਤੁਸੀਂ ਵੀਡੀਓ ਦੀ ਤਿਆਰੀ ਕਰੋ। ਹੁਣ ਦੇਖੋ, ਜੇ ਤੁਸੀਂ ATI ਦੀ ਤਿਆਰੀ ਕਰ ਚੁੱਕੇ ਹੋ, ਪਟਵਾਰੀ ਦੀ ਤਿਆਰੀ ਕਰ ਚੁੱਕੇ ਹੋ, ਤਾਂ ਮੈਂ ਮੰਨ ਕੇ ਚੱਲ ਰਿਹਾ ਕਿ ਤੁਹਾਡੀ ਸਿਲੇਬਸ ਤੁਸੀਂ ਇੱਕ ਵਾਰੀ ਮੁਕਾ ਚੁੱਕੇ ਹੋ, ਹੈ ਨਾ। ਹੁਣ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ, ਉਹ ਕੀ ਹੈਗੀ ਹੈ? ਰਿਵੀਜ਼ਨ, ਹੈ ਨਾ। ਵੀਡੀਓ ਦੀ ਮੈਂ ਗੱਲ ਕਰ ਰਿਹਾ, ਵਿਲੇਜ ਡਿਵੈਲਪਮੈਂਟ ਆਫਿਸਰ ਦੀ ਗੱਲ ਕਰ ਰਿਹਾ। ਰਿਵੀਜ਼ਨ ਇੰਪੋਰਟੈਂਟ ਹੈ। ਮੈਂ ਹਮੇਸ਼ਾ ਦੱਸਦਾ ਕਿ ਰਿਵੀਜ਼ਨ ਵੀ ਤੁਸੀਂ ਜਿੰਨੀ ਮਰਜ਼ੀ ਕਰ ਲਓ, ਜੇ ਤੁਹਾਡੀ MCQ ਪ੍ਰੈਕਟਿਸ ਨਹੀਂ ਹੈਗੀ ਹੈ ਤਾਂ ਕੁਝ ਨਹੀਂ ਖੱਟ ਸਕਦੇ ਤੁਸੀਂ, ਠੀਕ ਹੈ। ਤੇ ਨਾਲ MCQ ਦੇ ਟੈਸਟ ਸੀਰੀਜ਼, ਤੇ ਇੱਕ ਵਾਰੀ ਜੇ ਸਿਲੇਬਸ ਸਾਰਾ ਮੁਕਾ ਚੁੱਕੇ ਹੋ ਜੇ ਤੁਸੀਂ, ਤਾਂ ਫਿਰ MCQ ਤੇ ਟੈਸਟ ਸੀਰੀਜ਼ ਫੋਲੋ ਕਰੋ। ਇਹੀ ਰਿਵੀਜ਼ਨ ਹੈ। ਪੜੋ, ਰਿਵਾਈਜ਼ ਕਰੋ, ਉਸੇ ਦਿਨ MCQ ਪ੍ਰੈਕਟਿਸ ਕਰੋ, ਉਸੇ ਦਿਨ ਟੈਸਟ ਸੀਰੀਜ਼, ਜਾਂ ਮਤਲਬ ਟੈਸਟ ਸੀਰੀਜ਼ ਜੁਆਇਨ ਕਰ ਲਿਓ, ਠੀਕ ਹੈ। ਨਾਓ ਫॉर ਵੀਡੀਓ ਅਸੀਂ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਵਿਲੇਜ ਡਿਵੈਲਪਮੈਂਟ ਆਫਿਸਰ ਦੀ। ਇਹ ਮੇਰੀ ਐਡਵਾਈਸ ਹੈਗੀ ਹੈ ਤੁਹਾਨੂੰ। ਛੱਡ ਦਿਓ ਬਾਕੀ ਪੇਪਰਾਂ ਨੂੰ ਜਿਹੜੇ ਬੀਤ ਚੁੱਕੇ ਹੈ, ਜੋ ਬੀਤ ਗਈ ਸੋ ਬਾਤ ਗਈ, ਠੀਕ ਹੈ। ਜਿਹੜੇ ਬੀਤ ਚੁੱਕੇ ਆ ਪੇਪਰ, ਉਹਨਾਂ ਨੂੰ ਛੱਡਿਓ, ਵੀਡੀਓ ਤੇ ਫੋਕਸ ਕਰਿਓ। ਵੀਡੀਓ ਦੇ ਵਿੱਚ ਜੇ ਤੁਸੀਂ ਇੱਕ ਵਾਰੀ ਪੂਰਾ ਸਿਲੇਬਸ ਰਿਵਾਈਜ਼ ਕਰਨਾ ਤਾਂ ਸਾਡੇ ਕੋਲ ਉਹ ਕੋਰਸ ਵੀ ਅਵੇਲੇਬਲ ਹੈ, ਪੂਰੇ ਕੋਰਸ ਦਾ ਕੰਪਰੀਹੈਂਸਿਵ। ਪਰ ਮੈਨੂੰ ਲੱਗਦਾ ਹੈ ਉਹ ਤੁਸੀਂ ਇੱਕ ਵਾਰੀ ਕਰ ਚੁੱਕੇ ਹੋ, ਠੀਕ ਹੈ। ਮੇਨ ਤੁਹਾਡੀ ਸਮੱਸਿਆ ਜਿਹੜੀ ਹੈਗੀ ਹੈ, ਉਹ ਹੈਗੀ ਹੈ ਰਿਵੀਜ਼ਨ ਦੀ, ਹੈ ਨਾ। ਕਾਫੀ ਪੇਪਰ ਆ ਰਹੇ ਹੈ, ਬਾਰ-ਬਾਰ ਪੜ੍ਹਨਾ ਥੋੜਾ ਜਿਹਾ ਮਤਲਬ ਬੰਦੇ ਨੂੰ ਉਹ ਲੱਗਦਾ ਨਾ, ਮੋਨੋਟਨਸ ਜਿਹਾ ਲੱਗਦਾ, ਪਰ ਰਿਵੀਜ਼ਨ ਕਰਨੀ ਜ਼ਰੂਰੀ ਹੈ ਨਾ। ਤਾਂ ਅਸੀਂ ਲੈ ਕੇ ਕੀ ਆ ਰਹੇ ਹਾਂ, ਸਾਡਾ ਕੋਰਸ ਹੈਗਾ ਵੀਡੀਓ ਦੇ ਲਈ, ਰਿਵੀਜ਼ਨ ਕੋਰਸ ਹੈਗਾ, ਪੂਰਾ ਰਿਵੀਜ਼ਨ ਪਲਾਨ ਹੈਗਾ। ਇਸ ਦੇ ਵਿੱਚ ਅਸੀਂ ਤੁਹਾਨੂੰ ਪੂਰਾ ਸ਼ਡਿਊਲ ਬਣਾ ਕੇ ਦੇਵਾਂਗੇ ਫॉर द ਨੈਕਸਟ 45-50 ਡੇਜ਼, ਕਿ ਤੁਸੀਂ ਕਿਸ ਤਰ੍ਹਾਂ ਆਪਣੀ ਰਿਵੀਜ਼ਨ ਨੂੰ ਟਾਈਮ ਕਰਨਾ, ਸ਼ਡਿਊਲ ਕਰਨਾ। ਇੱਕ ਦਿਨ ਦਾ ਤੁਹਾਨੂੰ ਟਾਰਗੇਟ ਦੇਣਾ ਅਸੀਂ, ਠੀਕ ਹੈ। ਫਿਰ ਨਾਲ ਦੇ ਨਾਲ ਸਾਡੀ ਡੇਲੀ MCQ ਪ੍ਰੈਕਟਿਸ ਹੈਗੀ ਹੈ, ਡੇਲੀ MCQ ਪ੍ਰੈਕਟਿਸ। ਤੇ ਦੂਜੀ ਗੱਲ ਹੈ, ਸਾਡੀ ਵੀਕਲੀ ਟੈਸਟ ਸੀਰੀਜ਼ ਹੈਗੀ ਹੈ, ਫੁੱਲ ਮੌਕ। ਤਾਂ ਮੇਰੀ ਐਡਵਾਈਸ ਤਾਂ ਇਹੀ ਹੈ ਕਿ ਤੁਸੀਂ ਜੇ ਤਿਆਰੀ ਕਰ ਚੁੱਕੇ ਹੋ ਤਾਂ ਵੀਡੀਓ ਦਾ ਰਿਵੀਜ਼ਨ ਪਲਾਨ ਤੁਸੀਂ ਰਿਵੀਜ਼ਨ ਜ਼ਰੂਰ ਕਰਨੀ ਹੈ। ਹਾਂ, ਤੁਸੀਂ ਆਪ ਕਰ ਸਕਦੇ ਹੋ, ਤੁਹਾਡੇ ਕੋਲ MCQ ਵੀ ਹੈ, ਤੁਹਾਡਾ ਟਾਈਮ ਟੇਬਲ ਵੀ ਬਣਿਆ ਹੋਇਆ, ਤੁਹਾਡੇ ਕੋਲ ਟੈਸਟ ਸੀਰੀਜ਼ ਵੀ ਹੈਗੀ ਹੈ। ਬੀ ਮਾਈ ਗੈਸਟ, ਤੁਸੀਂ ਆਪਣੇ ਵੱਲੋਂ ਤਿਆਰੀ ਕਰਿਓ, ਪਰ ਮੇਰੀ ਐਡਵਾਈਸ ਹੈ ਰਿਵੀਜ਼ਨ ਜ਼ਰੂਰ ਕਰਦੇ ਜਾਓ, ਛੱਡਣਾ ਨਹੀਂ ਹੈ ਮੈਦਾਨ, ਹੁਣ ਕਰਦੇ ਜਾਣਾ ਹੈ। ਹਾਂ, ਜੇ ਰਿਜ਼ਲਟ ਆ ਗਏ ਤੁਸੀਂ ETI ਕੁਆਲੀਫਾਈ ਕਰ ਗਏ, ਫਿਰ ਠੀਕ ਹੈ, ਛੱਡ ਦੇਣਾ। ਪਰ ਜੇ ਨਹੀਂ ਕਰਦੇ ਤਾਂ ਹਲੇ ਵੀ ਮੌਕੇ ਹੈਗੇ ਹੈ, ਛੱਡਣਾ ਨਹੀਂ ਹੈ ਮੈਦਾਨ ਬਿਲਕੁਲ ਨਾ ਛੱਡਿਓ। ਬੋਰ ਵੀ ਨਹੀਂ ਹੋਣਾ ਕਿ ਯਾਰ ਹੁਣ ਤਾਂ ਬਥੇਰੇ ਪੇਪਰ ਦੇ ਚੁੱਕਿਆ ਮੈਂ, ਬਿਲਕੁਲ ਹਿੰਮਤ ਨਹੀਂ ਹਾਰਨੀ ਕਿ ਯਾਰ ਬਥੇਰੇ ਪੇਪਰ ਦੇ ਚੁੱਕਿਆ, ਹੋਇਆ ਨਹੀਂ। ਬਹੁਤ ਸਾਰੇ ਅਜਿਹੇ ਐਗਜ਼ਾਮਪਲਸ ਹੈਗੇ ਆ ਕਿ ਪਤਾ ਨਹੀਂ ਕਿੰਨੀ ਵਾਰ ਫੇਲ ਹੋ ਕੇ, ਕਿੰਨੇ ਪੇਪਰਾਂ ਦੇ ਵਿੱਚ ਫੇਲ ਹੋ ਕੇ ਬੰਦਾ ਇੱਕ ਪੇਪਰ ਦੇ ਵਿੱਚ ਅੜ ਕੇ ਅੰਦਰ ਵੜ ਜਾਂਦਾ ਗਵਰਨਮੈਂਟ ਸਰਵਿਸਿਜ਼ ਦੇ। ਮੈਦਾਨ ਨਹੀਂ ਛੱਡਣਾ, ਬਿਲਕੁਲ ਨਹੀਂ ਛੱਡਣਾ, ਠੀਕ ਹੈ, ਡਰ ਕੇ ਨਹੀਂ ਭੱਜਣਾ। ਤਾਂ ਇਸੇ ਕਰਕੇ ਵੀਡੀਓ ਵੱਲ ਫੋਕਸ ਕਰੋ। ਜੇ ਤੁਸੀਂ ਨਾਇਬ ਤਹਿਸੀਲਦਾਰ SI ਕਾਂਸਟੇਬਲ ਦੇ ਰਹੇ ਹੋ ਤਾਂ ਉੱਥੇ ਚੱਲੋ, ਉਸਦੇ ਸੋਲੂਸ਼ਨਸ ਵੀ ਹੈਗੇ ਆ ਸਾਡੇ ਕੋਲ, ਉਸਦੇ ਕੋਰਸਿਸ ਵੀ ਹੈਗੇ ਆ। ਪਰ ਮੈਂ ਵੀਡੀਓ ਵੱਲ ਜ਼ਿਆਦਾ ਫੋਕਸ ਕਰ ਰਿਹਾ ਬਿਕੋਜ਼ ਅਗੇਨ ਸਿਲੇਬਸ ਸਿਮਿਲਰ ਸੀਗਾ ਨਾ, ਤੇ ਤਿਆਰੀ ਸਿਮਿਲਰ ਹੈਗੀ ਹੈ। ਤਾਂ ਤੁਸੀਂ MCQ ਤੇ ਵੀਕਲੀ ਟੈਸਟ ਤੇ ਸ਼ਡਿਊਲ ਪ੍ਰੋਪਰ ਟਾਈਮ ਟੇਬਲ ਨਾਲ ਕਰੋ ਆਪਣੀ ਰਿਵੀਜ਼ਨ। ਤੇ ਵੀਡੀਓ ਦਾ ਜਿਹੜਾ ਕੋਈ ਰਿਵੀਜ਼ਨ ਪਲਾਨ ਲੈਣਾ ਚਾਹੁੰਦਾ ਹੈ ਤਾਂ ਉਸ ਦੇ ਲਈ
ਥੱਲੇ ਦਿੱਤੇ ਗਏ ਨੰਬਰ ਤੇ ਨਾ ਕਾਲ ਕਰਿਓ ਸਾਨੂੰ, ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਰਿਵੀਜ਼ਨ ਕਰ ਸਕਦੇ ਹੋ। ਤਾਂ ਜੇ ਤੁਸੀਂ ਇਸ ਦੇ ਵਿੱਚ ਇੰਟਰਸਟਿਡ ਹੋ ਤਾਂ ਪਲੀਜ਼ ਗਿਵ ਅਸ ਅ ਕਾਲ, ਥੱਲੇ ਦਿੱਤੇ ਗਏ ਨੰਬਰ ਤੇ ਸਾਨੂੰ ਕਾਲ ਕਰਿਓ ਤੇ ਅਸੀਂ ਤੁਹਾਡੀ ਜ਼ਰੂਰ ਹੈਲਪ ਕਰਾਂਗੇ, ਠੀਕ ਹੈ। ਬਾਕੀ ETI ਦੀ ਗੱਲ ਹੁਣ ਕੀ ਕਰਨੀ ਹੈ, ਹੋ ਚੁੱਕਿਆ ETI, ਡਨ, ਖਤਮ, ਬਾਏ, ਗੁੱਡ ਬਾਏ, ਟਾਟਾ, ਉਹ ਜਿਹੜਾ ਹੈਗਾ ਫੇਮਸ ਰਾਹੁਲ ਗਾਂਧੀ ਦਾ, ਠੀਕ ਹੈ, ਹੁਣ ਹੋ ਚੁੱਕਿਆ ਕੰਮ ਫਿਨਿਸ਼। ਐਕਸਪੈਕਟਡ ਕੱਟ ਆਫ, ਬਟ ਹਾਂ ਤੁਸੀਂ 2-4 ਚੀਜ਼ਾਂ ਯਾਦ ਰੱਖਣੀਆਂ। ਐਕਸਪੈਕਟਡ ਕੱਟ ਆਫ ਇਸ ਦੇ ਨੇੜੇ ਤੇੜੇ ਰਹਿਣੀ ਹੈ ਤੇ ਹਾਂ ਆਉਣ ਵਾਲੇ ਐਗਜ਼ਾਮਸ ਦੇ ਲਈ ਹਿਸਟਰੀ ਨੂੰ ਨਾ ਛੱਡੋ ਪਲੀਜ਼, ਇਹ ਮੇਰੀ ਬੇਨਤੀ ਹੈ ਤੁਸੀਂ ਸਾਰਿਆਂ ਨੂੰ, ਹਿਸਟਰੀ ਨੂੰ ਨਹੀਂ ਛੱਡਣਾ, ਠੀਕ ਹੈ ਜੀ। ਚਲੋ ਫਿਰ ਆਲ ਦਾ ਵੈਰੀ ਬੈਸਟ। ਮੈਂ ਉਮੀਦ ਕਰਦਾ ਕਿ ਤੁਹਾਡਾ ETI ਵਾਲਾ ਪੇਪਰ ਹੀ ਨਿਕਲ ਜਾਵੇ, ਕਿ ਤੁਹਾਨੂੰ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਫੋਕਸ ਹੀ ਨਾ ਕਰਨਾ ਪਵੇ। ਬਟ ਜੇ ਤੁਸੀਂ ਲਾਈਨ ਤੇ ਹੋ, ETI ਦਾ ਮਤਲਬ ਨੇੜੇ ਤੇੜੇ ਹੀ ਹੋ 70 ਦੇ, ਤੇ ਤੁਸੀਂ ਸੋਚ ਰਹੇ ਹੋ ਕਿ ਯਾਰ ਪਤਾ ਨਹੀਂ ਹੋਏਗਾ ਜਾਂ ਨਹੀਂ ਹੋਏਗਾ, ਤਾਂ ਮੈਂ ਬਾਕੀ ਐਗਜ਼ਾਮਸ ਦੀ ਪ੍ਰਿਪਰੇਸ਼ਨ ਕਰ ਲੈਣਾ। ਤਾਂ ਬਾਕੀ ਆਉਣ ਵਾਲੇ ਐਗਜ਼ਾਮਸ ਦੇ ਲਈ ਵੀ ਆਲ ਦਾ ਵੈਰੀ ਬੈਸਟ। ਸਾਡੇ ਵੱਲੋਂ ਕੋਈ ਹੈਲਪ ਚਾਹੀਦੀ ਹੈ, ਥੱਲੇ ਦਿੱਤੇ ਗਏ ਨੰਬਰ ਤੇ ਕਾਲ ਕਰੋ, ਠੀਕ ਹੈ ਜੀ। ਚਲੋ ਜੀ, ਧੰਨਵਾਦ ਸਾਰਿਆਂ ਨੂੰ, ਸਤਿ ਸ੍ਰੀ ਅਕਾਲ।